अस्सलाम वालेकुम, मैं वा साकिब मुश्ताक। तुसी वेख रहे हो साकिब की दुनिया A232। उम्मीद आ कि सारे भाई खैरियत नाल होणगे। ਅਸੀਂ ਤੁਹਾਨੂੰ ਇੱਕ ਅੱਜ ਐਸਾ ਸੋਲਰ ਸਿਸਟਮ ਵਿਖਾ ਰਹੇ ਹਾਂ ਜਿਹਨੂੰ ਵੇਖ ਕੇ ਹਰ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਔਰ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਇਹ ਕਿਸ ਤਰ੍ਹਾਂ ਮੁਮਕਿਨ ਹੋ ਗਿਆ। ਜਿਹੜਾ ਕਿ ਬਾਈ ਅਮਜਦ ਉਹਨਾਂ ਨੇ ਟਿਊਬਵੈੱਲ ਸੋਲਰ ਸਿਸਟਮ ਤੇ ਲਾਇਆ ਹੋਇਆ ਔਰ ਤਕਰੀਬਨ 6 ਮੁਰੱਬੇ ਦੂਰ ਉਹਦਾ ਪਾਣੀ ਲੈ ਕੇ ਆਏ ਹੋਏ ਨੇ ਆਪਣੀ ਲਾਟ ਦੇ ਵਿੱਚ। ਜਿਹੜੀ ਲਾਟ ਆ ਸਾਰੀ ਬਿਲਕੁਲ ਪਹਿਲੇ ਟਿੱਬਾ ਸੀ, ਫਿਰ ਇਹਨਾਂ ਨੇ ਪਾਣੀ ਨਾ ਹੋਣ ਦੀ ਵਜ੍ਹਾ ਤੋਂ ਗੈਰ ਆਬਾਦ ਪਈ ਹੋਈ ਸੀ। ਹੁਣ ਇਹਦੇ ਵਿੱਚ ਪਾਣੀ ਆ ਗਿਆ ਤੇ ਮਾਸ਼ਾਅੱਲਾ ਸਾਰੀ ਜ਼ਮੀਨ ਜਿਹੜੀ ਹੈ ਆਬਾਦ ਹੋ ਗਈ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਪਾਣੀ ਆ ਰਿਹਾ ਹੈ ਔਰ ਸਾਫ਼ ਬਿਲਕੁਲ ਸ਼ਫਾਫ ਪਾਣੀ ਹੈ, ਟਿਊਬਵੈੱਲ ਦਾ ਪਾਣੀ ਹੈ। ਇਰਦ ਗਿਰਦ ਕੋਈ ਟਿਊਬਵੈੱਲ ਵਗੈਰਾ ਵੀ ਨਹੀਂ ਚੱਲ ਰਿਹਾ। ਇਹ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਤਕਰੀਬਨ 6 ਮੁਰੱਬਿਆਂ ਤੋਂ ਦੂਰ ਭਾਈ ਨੇ ਟਿਊਬਵੈੱਲ ਲਾਇਆ ਹੋਇਆ ਹੈ ਔਰ ਕ੍ਰੇਨ ਦੇ ਜ਼ਰੀਏ ਥੱਲੇ ਪੈਪ ਨੱਪ ਕੇ ਤੇ ਆਪਣੀ ਲਾਟ ਦੇ ਵਿੱਚ ਲਿਆਏ ਨੇ। ਇਹ ਭਾਈ ਹੁਣਾਂ ਨੇ ਕਿਸ ਤਰ੍ਹਾਂ ਕੀਤਾ ਹੈ, ਇਹ ਸਾਰੀ ਗੱਲ ਅਸੀਂ ਭਾਈ ਅਮਜਦ ਕੋਲੋਂ ਪੁੱਛਾਂਗੇ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਜਿੰਨੀ ਵੀ ਜ਼ਮੀਨ ਤੁਸੀਂ ਦੇਖ ਰਹੇ ਹੋ ਇਹ ਸਾਰੀ ਪਹਿਲੇ ਗੈਰ ਆਬਾਦ ਸੀ। ਪਾਣੀ ਨਾ ਹੋਣ ਦੀ ਵਜ੍ਹਾ ਤੋਂ ਨਹਿਰ ਦਾ ਪਾਣੀ ਇੱਥੇ ਬਿਲਕੁਲ ਨਹੀਂ ਪਹੁੰਚ ਸਕਦਾ ਸੀ। ਹੁਣ ਭਾਈ ਉਹਨਾਂ ਨੇ ਇਹਦਾ ਪਾਣੀ ਦਾ ਇੰਤਜ਼ਾਮ ਕਰ ਲਿਆ ਔਰ ਮਾਸ਼ਾਅੱਲਾ ਹਰ ਕਿਸਮ ਦੀ ਇੱਥੇ ਫਸਲ ਵੀ ਬੜੀ ਵਧੀਆ ਹੁੰਦੀ ਹੈ। ਭਾਈ ਅਮਜਦ ਹੁਣੀ ਫਿਰ ਰਹੇ, ਇਹਨਾਂ ਨਾਲ ਗੱਲ ਕਰਦੇ ਹਾਂ। ਅਮਜਦ ਭਾਈ ਨੇ ਇੱਥੇ ਸਰੋਂ ਬੀਜੀ ਹੋਈ ਸੀ ਤੇ ਉਹ ਚੈੱਕ ਕਰ ਰਹੇ ਨੇ। अस्सलाम वालेकुम अमजद भाई। वालेकुम सलाम जी। अमजद भाई की चेक कर रहे सो? सर जी जर्मिनेशन चेक कर रहे हैं हम सरों की कितने जी है। अच्छा थोड़े लागे आ जाओ। ਆ ਤੁਹਾਡਾ ਸਿਸਟਮ ਮਾਸ਼ਾਅੱਲਾ ਦੇਖ ਕੇ ਅਸੀਂ ਹੈਰਾਨ ਰਹਿ ਗਏ। ਸਾਨੂੰ ਇਹਦੇ ਬਾਰੇ ਤੇ ਵੇਖਣ ਵਾਲਿਆਂ ਨੂੰ ਜ਼ਿਮੀਂਦਾਰਾਂ ਭਾਈਆਂ ਨੂੰ ਇਹਦੇ ਬਾਰੇ ਜ਼ਰਾ ਦੱਸੋ, ਆ ਪਾਣੀ ਕਿੱਥੋਂ ਆ ਰਿਹਾ, ਕੀ ਸਿਸਟਮ ਲਾਇਆ ਹੋਇਆ ਜੇ? ਇੱਧਰ ਆ ਜਾਓ ਅੱਗੇ ਨਾਲੇ। ਜੀ ਸੋਲਰ ਪਲੇਟਾਂ ਦਾ ਲਾਇਆ ਤੇ ਉਹ ਉਧਰੋਂ ਨਹਿਰ ਮਰਾਦ ਤੋਂ ਲਾ ਕੇ ਤੇ ਲਿਆਂਦਾ ਅਲਫਦਾਸ ਚ। ਅੱਛਾ ਹਾਂਜੀ ਇਹ ਤਕਰੀਬਨ ਹੈ। ਇਹ ਕਿੰਨੀ ਦੂਰ ਤੋਂ ਆ ਰਿਹਾ ਪਾਣੀ? 6 ਮੁਰੱਬੇ ਰਕਬਾ ਬਣਦਾ ਜਿਹੜਾ। ਹਾਂਜੀ ਨਹਿਰ ਮਰਾਦ ਤੋਂ ਪਹਿਲੇ ਮੋਗੇ ਦੇ ਨਾਲ ਹੀ ਅਸੀਂ ਟਿਊਬਲ ਬੋਰ ਕੀਤਾ ਤੇ ਉੱਥੋਂ ਪੈਪ ਨੱਪ ਕੇ ਤੇ ਇੱਥੇ ਲਿਆਂਦੇ ਨੇ। 8 ਇੰਚੀ ਦਾ ਪੈਪ ਆਇਆ। ਅੱਛਾ ਹਾਂਜੀ ਅਲਫਦਾਸ ਦੇ ਦੇਖੋ ਯਾਨੀ ਨੇ 1 ਨੰਬਰ ਖਾਲੇ ਚ ਵੀ ਪੈਂਦਾ ਸਾਡਾ, ਆਪਣੇ ਰਕਬੇ ਨੂੰ ਵੀ ਲੱਗਦਾ। ਅੱਛਾ ਵਾਹ ਜੀ ਵਾਹ। ਕਿੰਨਾ ਰਕਬਾ ਭਾਈ ਤੁਹਾਡਾ ਇੱਥੇ? ਰਕਬਾ ਇੱਥੇ ਹੁਣ ਤਕਰੀਬਨ ਬਣ ਗਿਆ ਮੁਰੱਬਾ ਚ 1 ਮੁਰੱਬਾ ਜੀ। ਅੱਛਾ ਅੱਛਾ ਸਹੀ ਹੋ ਗਿਆ। ਸੁਬਾ ਪਲੇਟਾਂ ਤੇ ਪਾਣੀ ਘੱਟ ਹੁੰਦਾ। ਹਾਂਜੀ ਜਿਵੇਂ ਜਿਵੇਂ ਸੂਰਜ ਦੀ ਰੋਸ਼ਨਾਈ ਵਧੇਗੀ ਉਵੇਂ ਉਵੇਂ ਪੈਪ ਭਰੀ ਜਾਏਗਾ। ਠੀਕ ਹੋ ਗਿਆ। ਤਕਰੀਬਨ ਪਿੱਛਾ ਹੋ ਜਾਂਦਾ 2.5 ਕਿੱਲੇ 2 ਕਿੱਲੇ 3 ਕਿੱਲੇ ਰੇਤਾ ਦਾ ਰਕਬੇ ਚ ਤੇ ਥੱਲੇ ਜਿਹੜਾ ਪੱਕੇ ਵੱਟਦਾ ਉਹਦਾ 4 ਕਿੱਲੇ 5 ਕਿੱਲੇ ਹੋ ਜਾਂਦਾ। ਵਾਹ ਜੀ ਵਾਹ ਮਾਸ਼ਾਅੱਲਾ। ਇਹਨੂੰ ਨਹਿਰ ਦਾ ਵੀ ਪਾਣੀ ਲੱਗਦਾ ਜਾਂ ਨਹੀਂ? ਨਹੀਂ ਤੇ ਨੂੰ ਸਿਰਫ ਉਤਲਾ ਹੀ ਲੱਗਦਾ। ਨਹਿਰ ਦਾ ਲਾ ਸਕਦੇ ਅਸੀਂ, ਉਹ ਵੀ ਉੱਥੇ ਡਿੱਗੀ ਡੁੱਗੀ ਬਣਾਣੀ ਹੈ, ਲੈਣ ਇੰਤਜ਼ਾਮ ਕਰਨਾ ਹੈ। ਅੱਛਾ ਉਹ ਅੱਜ ਕੱਲ ਉੱਥੇ ਢਾਈ ਹੁਣ ਬਜਿੰਦੇ ਨੇ ਤੇ ਮੌਕਾ ਬੰਦ ਰਹਿੰਦਾ। ਹਾਂਜੀ ਉਹ ਡਿੱਗੀ ਚ ਪਾਇਆ ਤੇ ਨਾਲ ਚੱਕੀ ਰੱਖਿਆ। ਐਵੇਂ ਦੀਆਂ ਹੋਦੀਆਂ ਕਿੰਨੀਆਂ ਬਣਾਈਆਂ ਜੇ? ਐਵੇਂ ਦੀਆਂ ਦੋਵਾਂ ਪਾਸੇ ਬਣਾਈਆਂ ਨੇ, ਉਧਰਲੇ ਅੱਧੇ ਮੁਰੱਬੇ ਚ ਵੀ ਤੇ ਇੱਧਰ ਵੀ। ਇਹ ਟਿਊਬਵੈੱਲ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਸੋਲਰ ਪਲੇਟਾਂ ਤੇ ਚੱਲਦਾ ਜੀ? ਵੈਸੇ ਤਕਰੀਬਨ ਤੇ 7:30 ਤੋਂ ਸ਼ੁਰੂ ਹੋ ਜਾਂਦਾ। ਪਾਣੀ ਥੋੜਾ ਹੁੰਦਾ ਵੈਸੇ 8 ਵਜੇ ਆਮ ਰੂਟੀਨ ਚਲਾਈਦਾ। ਕਿੰਨੇ ਵਜੇ ਤੱਕ? ਸ਼ਾਮੀ 4 ਵਜੇ ਤਾਈਂ 3:30 4 ਵਜੇ ਤਾਈਂ ਪਾਣੀ ਠੀਕ ਚੱਲਦਾ। ਮਾਸ਼ਾਅੱਲਾ। ਅੱਛਾ ਭਾਈ ਤੁਸੀਂ ਸਾਨੂੰ ਬਾਕੀ ਸਿਸਟਮ ਵੀ ਸਾਰਾ ਵਿਖਾਓਗੇ? ਹਾਂਜੀ ਉਹ ਵੀ ਦਿਖਾ ਦਿੰਨੇ ਆ। ਉਸੇ ਪਿੱਛੇ ਲਿਜਾ ਕੇ ਤੁਹਾਨੂੰ ਮੁਕੰਮਲ ਡੇਟਾ ਵਿਖਾ ਦਿੰਨੇ ਆ। ਵਾਹ ਜੀ ਵਾਹ, ਪੂਰਾ ਪ੍ਰੋਜੈਕਟ ਵਿਖਾਓਗੇ? ਹਾਂਜੀ ਪਲੇਟਾਂ ਦਾ ਫਰੇਮ ਫਰੂਮ ਵੀ ਬਣਾਇਆ, ਟਰਾਂਸਫਾਰਮ ਲਾਇਆ, ਗ੍ਰੀਨ ਮੀਟਰ ਲਾਇਆ, ਸਾਰਾ ਕੁਝ। ਵਾਹ ਮਾਸ਼ਾਅੱਲਾ, ਫਿਰ ਤਾਂ ਕਾਫੀ ਸਾਰੀ ਤੁਸੀਂ ਇਨਵੈਸਟਮੈਂਟ ਕੀਤੀ। ਤਕਰੀਬਨ ਉਹਨੇ ਕਿਹਾ ਸਾਰਾ ਖਰਚਾ 1.5 ਕਰੋੜ ਲੱਗ ਗਿਆ। ਹਾਂ ਜੀ। ਇਹ ਤਕਰੀਬਨ ਕਿੰਨੇ ਕਿਲੋਮੀਟਰ ਬਣ ਜਾਂਦਾ ਇੱਥੋਂ ਜਿਹੜਾ ਟਿਊਬਵੈੱਲ ਦਾ ਤੁਹਾਡਾ? 6 ਕਿਲੋਮੀਟਰ। 6 ਮੁਰੱਬੇ ਰੱਖਦਾ ਹੈ ਕਿਲੋਮੀਟਰ ਬਣਾ ਦੋ। ਠੀਕ ਹੋ ਗਿਆ ਜੀ। ਬਾਕੀ ਭਾਈ ਨਾਲ ਗੱਲ ਕਰਦੇ ਆ। ਇਹਨਾਂ ਦੇ ਉੱਥੇ ਪ੍ਰੋਜੈਕਟ ਜਿਹੜਾ ਇਹਨਾਂ ਲਾਇਆ ਹੋਇਆ ਸੋਲਰ ਪਲੇਟਾਂ ਤੇ ਉੱਥੇ ਜਾ ਕੇ ਇਹਨਾਂ ਕੋਲ ਨਾਲੇ ਤੁਹਾਨੂੰ ਪ੍ਰੋਜੈਕਟ ਪੂਰਾ ਵਿਖਾਉਨੇ ਆ। ਪਲੇਟਾਂ ਦੇ ਬਾਰੇ ਦੱਸਾਂਗੇ, ਗ੍ਰੀਨ ਮੀਟਰ ਜਿਹੜਾ ਲਾਇਆ ਹੋਇਆ ਉਹਨਾਂ ਦੇ ਬਾਰੇ ਦੱਸਾਂਗੇ, ਤੇ ਜਿਹੜਾ ਇਹਨਾਂ ਨੇ ਪੈਸਾ ਸਾਰਾ ਇਨਵੈਸਟਮੈਂਟ ਕੀਤਾ ਤੇ ਉਹਦੇ ਬਾਰੇ ਦੱਸਾਂਗੇ, ਤੇ ਫਿਰ ਪੁੱਛਾਂਗੇ ਇਹਨਾਂ ਨੂੰ ਕੀ ਇਹਦਾ ਫਾਇਦਾ ਹੋ ਰਿਹਾ। ਲਓ ਜੀ ਅਸੀਂ ਹੁਣ ਉਸ ਸਾਈਡ ਤੇ ਜਾ ਰਹੇ ਹਾਂ ਜਿੱਥੇ ਇਹਨਾਂ ਨੇ ਇਹ ਪੂਰਾ ਸਿਸਟਮ ਲਾਇਆ ਹੋਇਆ। ਇਹ ਇਲਾਕਾ ਬਿਲਕੁਲ ਰੇਤਲੀ ਜ਼ਮੀਨ ਹੈ, ਬਹੁਤ ਜ਼ਿਆਦਾ, ਜਿੱਥੇ ਕਿ ਮੋਟਰਸਾਈਕਲ ਦਾ ਚੱਲਣਾ ਵੀ ਬਹੁਤ ਮੁਸ਼ਕਲ ਹੈ। ਰੇਤਾ ਹੈ, ਰੇਤਲੀ ਜ਼ਮੀਨ ਹੈ ਸਾਰੀ। ਵੇਖੋ ਜੀ ਭਾਈ ਹੁਣੀ ਵੀ ਜਾ ਰਹੇ ਆ ਕਿਉਂਕਿ ਰੇਤ ਬਹੁਤ ਹੈ।
ਮੋਟਰਸਾਈਕਲ ਚੱਲਣਾ ਵੀ ਮੁਸ਼ਕਲ ਹੈ। ਅਜਮਲ ਭਾਈ ਮੈਨੂੰ ਵੀ ਯਾਰ ਨਾਲ ਭਾਲੋ, ਬੜਾ ਮੁਸ਼ਕਲ ਹੈ ਇੱਥੇ, ਤੇ ਪੈਦਲ ਚੱਲਣਾ ਵੀ ਬਹੁਤ ਮੁਸ਼ਕਲ ਹੈ ਜਿੰਨੀ ਰੇਤਾ ਇੱਥੇ। ਇਹ ਭਾਈ ਉਹਨਾਂ ਦਾ ਟਰੈਕਟਰ ਵੀ ਆ ਗਿਆ, ਇੱਥੇ ਹਲ ਵਾਉਣਗੇ। ਪਤਾ ਨਹੀਂ ਹੁਣ ਕਿਹੜੀ ਫਸਲ ਹੁਣ ਇੱਥੇ ਕਾਸ਼ਤ ਕਰਨਗੇ। ਹਾਂਜੀ ਭਾਈ ਅਮਜਦ, ਇਹ ਵੀ ਆਪਣਾ ਰਕਬਾ ਜੀ? ਹਾਂਜੀ, ਆ 9 ਏਕੜ ਇੱਧਰ ਆਪਣੇ ਅਜ਼ੀਜ਼ ਰਿਸ਼ਤੇਦਾਰ ਹੀ ਨੇ 30 ਵਾਲੇ, ਉਹਨਾਂ ਦਾ ਰਕਬਾ ਆਪਾਂ ਆਬਾਦ ਕੀਤਾ। ਅੱਛਾ। ਤੇ ਬਿਜਾਈ ਕੀਤੀ ਇਸੇ ਟਿਊਬਲ ਨਾਲ ਹੀ, ਮਾਸ਼ਾਅੱਲਾ ਸਰੋਂ ਸੋਹਣੀ ਖੜੀ। ਦੂਸਰਾ ਪੁਆਇੰਟ ਹਾਂਜੀ। ਅੱਛਾ ਇਹ ਤੀਸਰਾ ਪੁਆਇੰਟ। ਅੱਛਾ, ਇਧਰੋਂ ਤੇ ਪਹਿਲਾ ਹੋਣਾ, ਇਧਰੋਂ ਨਹਿਰ ਵੱਲੋਂ ਪਹਿਲਾ ਪੁਆਇੰਟ, ਫਿਰ ਅੱਗੇ ਦੂਜਾ ਤੇ ਇਸ ਤੋਂ ਅੱਗੇ ਤੀਜਾ। ਭਾਈ ਉਹਨਾਂ ਨੇ 3 ਪੁਆਇੰਟ ਲਾਏ ਹੋਏ ਆ ਜੀ ਆਪਣੇ ਰਕਬੇ ਤੇ। ਮਾਸ਼ਾਅੱਲਾ ਸਰੋਂ ਸੋਹਣੀ ਉੱਗੀ ਹੋਈ ਹੈ। ਅੱਛਾ, ਸਰੋਂ ਤੋਂ ਇਲਾਵਾ ਹੋਰ ਕੀ ਕਾਸ਼ਤ ਕੀਤਾ ਅਜੇ? ਸਰੋਂ ਤੋਂ ਇਲਾਵਾ ਹਲੇ ਕਾਸ਼ਤ ਕਰ ਰਹੇ ਜੌਂ, ਚਣੇ, ਅਲਸੀ, ਮੇਥੇ, ਮਸਰ। ਅੱਛਾ। ਤੇ ਹਲੇ ਉਹ ਦੂਸਰਾ ਸਕੋਲ ਵੀ ਕਰਨਾ ਹੈ। ਕਣਕ ਨਹੀਂ ਬੀਜੀ? ਕਣਕ ਦੂਸਰੀ ਸਾਈਡ ਤੇ ਬੀਜੀ, ਉਹ ਅਗਲੇ ਅੱਧੇ ਮਰਬੇ ਸਾਰੀ ਕਣਕ ਹੀ ਹੈ। ਠੀਕ ਹੋ ਗਿਆ ਭਾਈ, ਚਲੋ ਚੱਲਦੇ ਆਂ ਜੀ। ਬਾਕੀ ਹੁਣ ਸੋਲਰ ਪਲੇਟਾਂ ਵੇਖਣ। ਇਹ ਭਾਈ ਹੁਣੀ ਵੈਸਾ ਲਈ ਜਾਂਦੇ ਆ, ਜਿਹਨੂੰ ਪੰਜਾਬੀ 'ਚ ਮੱਝਾਂ ਕਹੀਦਾ। ਮਾਸ਼ਾਅੱਲਾ ਜੀ, ਬੜੀਆਂ ਸੋਹਣੀਆਂ ਖੂਬਸੂਰਤ ਮੱਝਾਂ ਨੇ। ਅੱਲਾ ਪਾਕ ਇਹਨਾਂ ਦੇ ਨਸੀਬ 'ਚ ਕਰੇ। ਪਿੰਡਾਂ ਥਾਵਾਂ 'ਤੇ ਅਕਸਰ ਮੱਝਾਂ ਹੋਣ, ਗਾਈਆਂ ਹੋਣ, ਬੱਕਰੀਆਂ ਹੋਣ, ਇਹਨਾਂ ਨੂੰ ਬਾਹਰ ਖੇਤਾਂ 'ਚ ਬੰਨਿਆਂ 'ਚ ਚਾਰ ਚੂਰ ਲਿਆਉਂਦੇ ਤਾਂ ਕਿ ਰੱਜ ਜਾਣ। ਲਓ ਜੀ, ਅਸੀਂ ਹੁਣ ਆ ਗਏ ਹਾਂ ਫਤਿਹ ਨਹਿਰ ਦੀ ਪਟੜੀ 'ਤੇ। ਇੱਥੋਂ ਤਕਰੀਬਨ ਥੋੜ੍ਹੀ ਦੂਰ ਹੀ ਹੈਡ ਜਿਹੜਾ ਚਾਨਣਾ ਬੰਗਲਾ, ਅਤੇ ਇੱਥੋਂ ਦੋਵੇਂ ਨਹਿਰਾਂ ਨਿਕਲਦੀਆਂ। ਮੈਂ ਪਹਿਲੇ ਇਹਨਾਂ ਨਹਿਰਾਂ ਦੇ ਮੁਤਲਕ ਇੱਕ ਪੂਰੀ ਵੀਡੀਓ ਬਣਾਈ ਹੋਈ ਹੈ, ਜਿਸ ਭਾਈ ਨੇ ਨਹੀਂ ਵੇਖੀ ਉਹ ਵੇਖ ਸਕਦਾ। ਨਹਿਰ ਮਲਕ ਤੋਂ ਫਤਿਹ ਨਹਿਰ ਅਤੇ ਮੁਰਾਦ ਨਹਿਰ ਦੋਵੇਂ ਨਿਕਲਦੀਆਂ ਨੇ। ਇਹ ਹੈਡ ਆ ਗਈ ਹੈ, ਇਹਦੇ ਨਾਲ ਹੀ ਮੁਰਾਦ ਨਹਿਰ ਨਿਕਲ ਰਹੀ ਹੈ। ਇੱਥੋਂ ਥੋੜ੍ਹੀ ਦੂਰ ਹੀ ਭਾਈ ਹੁਣਾਂ ਦਾ ਸਿਸਟਮ ਲੱਗਾ ਹੋਇਆ ਹੈ, ਉੱਥੇ ਜਾਂਦੇ ਹਾਂ ਹੁਣ। ਅਤੇ ਬਾਕੀ ਤੁਹਾਨੂੰ ਹੁਣ ਸਿਸਟਮ ਦਿਖਾਉਂਦੇ ਹਾਂ। ਲਓ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਭਾਈ ਹੁਣਾਂ ਦਾ ਜਿਹੜਾ ਸਿਸਟਮ ਹੈ, ਸੋਲਰ ਸਿਸਟਮ ਲੱਗਾ ਹੋਇਆ, ਉਹਦੇ ਬਿਲਕੁਲ ਅਸੀਂ ਕਰੀਬ ਆ ਗਏ ਹਾਂ। ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਉੱਚਾ ਜਿਹਾ ਪਾਇਪ, ਅਤੇ ਸਾਹਮਣੇ ਪਲੇਟਾਂ, ਅਤੇ ਬਹੁਤ ਵੱਡਾ ਫਰੇਮ ਹੈ। ਇਹ ਹੌਦੀ ਵੀ ਬਣੀ ਹੋਈ ਹੈ, ਅਗਰ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਇੱਥੇ ਹੋਵੇ ਤਾਂ ਇੱਥੇ ਵੀ ਪਾਣੀ ਇਹ ਲੈ ਸਕਦੇ ਨੇ। ਇਹ ਤੁਹਾਨੂੰ ਹੁਣ ਪੂਰਾ ਵਿਜ਼ਿਟ ਕਰਾਉਂਦੇ ਹਾਂ ਅਸੀਂ। ਇਹ ਦੇਖੋ ਜੀ, ਇਹ ਹੌਦੀ ਹੈ। ਅਗਰ ਇਹਨਾਂ ਨੇ ਇੱਥੇ ਪਾਣੀ ਲੈਣਾ ਹੋਵੇ ਤਾਂ ਇੱਥੋਂ ਜਿਹੜਾ ਲਾਕ ਲੱਗਾ ਹੋਇਆ, ਟਿੱਕੀ ਲੱਗੀ ਹੋਈ ਹੈ, ਖੋਲ੍ਹ ਦਿੰਦੇ ਆ, ਫਿਰ ਇੱਥੇ ਪਾਣੀ ਚਲਾ ਲੈਂਦੇ ਆ। ਇਹ ਉੱਚਾ ਜਿਹੜਾ ਲੱਗਾ ਹੋਇਆ ਪਾਈਪ, ਇਹ ਪਾਈਪ ਉਹ ਜਿਹੜਾ ਅਸੀਂ ਅੱਗੇ ਤੁਹਾਨੂੰ ਵਿਖਾਇਆ, ਜਿੱਥੇ ਹੌਦੀ 'ਚ ਪਾਣੀ ਪੈ ਰਿਹਾ ਸੀਗਾ। ਇਹ ਇਹਨਾਂ ਨੇ ਮੋਟਰ ਲਾਈ ਹੋਈ ਜੇ। ਇਸ ਮੋਟਰ ਦੇ ਬਾਰੇ ਵੀ ਭਾਈ ਅਮਜਦ ਨੂੰ ਪੁੱਛਾਂਗੇ। ਅਤੇ ਇਸ ਤੋਂ ਇਲਾਵਾ ਇਹ ਸਟੈਂਡ ਹੈ, ਇਸ ਸਟੈਂਡ ਦੇ ਬਾਰੇ ਵੀ ਪੁੱਛਦੇ ਹਾਂ। ਇਹਦੇ ਉੱਤੇ ਕਿੰਨੀਆਂ ਪਲੇਟਾਂ ਇਹਨਾਂ ਨੇ ਲਾਈਆਂ ਹੋਈਆਂ ਨੇ ਉਹ ਵੀ ਇਹਨਾਂ ਨੂੰ ਪੁੱਛਾਂਗੇ। ਬਾਕੀ ਤੁਹਾਨੂੰ ਸਾਰਾ ਹੁਣ ਅਸੀਂ ਇਹ ਸਟੈਂਡ ਉੱਪਰੋਂ ਲੈ ਕੇ ਥੱਲੋਂ ਤੱਕ ਸਾਰਾ ਸਟੈਂਡ ਵਿਖਾਵਾਂਗੇ। ਇਹ ਵੇਖੋ ਜੀ, ਰੰਗ ਕਰਨ ਵਾਲਾ ਜਿਹੜਾ ਬੰਦਾ ਪੈਂਟਰ ਸ਼ਬਾਜ਼ ਜੇ ਔਰ ਜਹਾਂਜ਼ੇਬ ਕਾਕਾ ਜੇ, ਇਹਨਾਂ ਦੇ ਨੰਬਰ ਵੀ ਲੱਗੇ ਹੋਏ ਅਗਰ ਕਿਸੇ ਭਾਈ ਨੇ ਰੰਗ ਵਗੈਰਾ ਪੇਂਟ ਵਗੈਰਾ ਕਰਾਉਣਾ ਹੋਵੇ ਤੇ। ਇਹ ਇੱਥੋਂ ਸਾਰਾ ਤਾਰਾਂ ਦਾ ਸਿਸਟਮ ਇਕੱਠਾ ਹੋ ਕੇ ਇੱਥੋਂ ਨਿਕਲਦਾ ਜੇ। ਬਹੁਤ ਤਗੜਾ ਸਟੈਂਡ ਬਣਾਇਆ ਹੋਇਆ ਔਰ ਸੋਹਣਾ ਸਟੈਂਡ ਬਣਾਇਆ ਹੋਇਆ ਹੈ। ਇਹਦੇ ਮੁਤਲਕ ਵੀ ਭਾਈ ਉਹਨਾਂ ਨੂੰ ਪੁੱਛਾਂਗੇ। ਇਹ ਸਟੈਂਡ ਦਾ ਮਕਸਦ ਇਹ ਵੇ ਕਿ ਅਗਰ ਇਹਨਾਂ ਨੂੰ ਕਿਤੇ ਹੋਰ ਜ਼ਰੂਰਤ ਪੈ ਗਈ ਹੈ ਤਾਂ ਇੱਥੋਂ ਟਰੈਕਟਰ ਪਿੱਛੇ ਲੈ ਕੇ ਇਹਨੂੰ ਬਿਲਕੁਲ ਕਲੋਜ਼ ਕਰਕੇ ਕਿਸੇ ਦੂਸਰੀ ਜਗ੍ਹਾ ਵੀ ਲੈ ਕੇ ਜਾ ਸਕਦੇ ਨੇ, ਕੋਈ ਮਸਲਾ ਨਹੀਂ ਹੈਗਾ। ਇਹ ਸਟੈਂਡ ਜਿਨ੍ਹਾਂ ਨੇ ਤਿਆਰ ਕੀਤਾ ਹੋਇਆ ਉਹਨਾਂ ਦਾ ਨਾਂ ਹੈ 3 ਸਟਾਰਸ ਰਹੀ ਇੰਡਸਟਰੀ, ਅਤੇ ਇਹਨਾਂ ਦਾ ਨੰਬਰ ਵੀ ਲਿਖਿਆ ਹੋਇਆ ਹੈ। ਚਿਸ਼ਤੀਆਂ ਦੇ ਭਾਈ ਨੇ। ਅਗਰ ਕਿਸੇ ਭਾਈ ਨੇ ਇਹ ਸਟੈਂਡ ਤਿਆਰ ਵੀ ਕਰਾਉਣਾ ਹੋਵੇ ਤਾਂ ਉਹਨਾਂ ਨਾਲ ਰਾਬਤਾ ਕਰ ਸਕਦਾ। ਮਜ਼ੀਦ ਭਾਈ ਅਮਜਦ ਕੋਲੋਂ ਵੀ ਪੁੱਛਾਂਗੇ। ਲਓ ਜੀ, ਆਹ ਪਲੇਟਾਂ ਵਾਲੀ ਸਾਈਡ ਆ ਗਈ, ਤੁਸੀਂ ਦੇਖ ਰਹੇ ਹੋ ਪੂਰੇ ਸਟੈਂਡ 'ਤੇ ਪਲੇਟਾਂ ਲੱਗੀਆਂ ਹੋਈਆਂ, ਅਤੇ ਸਟੈਂਡ ਪੂਰਾ ਖੋਲ੍ਹਿਆ ਹੋਇਆ ਇਹਨਾਂ ਨੇ ਇਸ ਵਕਤ, ਕਿਉਂਕਿ ਟੂਬਲ ਚੱਲ ਰਿਹਾ ਹੈ। ਇਸ ਸਟੈਂਡ ਦੇ ਇਹ ਵੀ ਫਾਇਦਾ ਹੈ ਕਿ ਜਦੋਂ ਅੱਲਾ ਨਾ ਕਰੇ ਕੋਈ ਜ਼ਾਲਾਬਾਰੀ ਹੁੰਦੀ ਹੈ ਤਾਂ ਇਹਨੂੰ ਬਿਲਕੁਲ ਕਲੋਜ਼ ਕਰ ਲੈਂਦੇ ਆ, ਅਤੇ ਪਲੇਟਾਂ ਨੂੰ ਫਿਰ ਨੁਕਸਾਨ ਨਹੀਂ ਹੁੰਦਾ। ਇਹ ਭਾਈ ਅਜਮਲ ਫਿਰ ਰਹੇ ਇਹਨਾਂ ਨਾਲ ਗੱਲ ਕਰਦੇ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਕਰਨ ਲੱਗੇ ਹੋ ਭਾਜੀ ਪੈਰ ਧੋਣ ਲੱਗੇ ਆ। ਭਾਜੀ? ਆ ਵਾਕਿਆ ਜਿਹੜਾ ਸਿਸਟਮ ਇਹਨਾਂ ਨੇ ਲਾਇਆ ਹੈ ਬੰਦੇ ਨੂੰ ਹੈਰਾਨ ਕਰ ਦਿੰਦਾ ਜੀ। ਦੇਖ ਲਓ ਭਾਜੀ, ਇਹ ਜਗਾੜ ਪਤਾ ਨਹੀਂ ਕਿੱਥੋਂ ਲੈ ਲੈਂਦੇ ਜੀ ਪਾਕਿਸਤਾਨੀ। ਘੱਟ ਕਰੋ ਭਾਜੀ, ਪਾਕਿਸਤਾਨੀਆਂ ਨੂੰ ਅੱਲਾ ਖੈਰ ਕਰੇ, ਕਾਪੀ ਕਰਨਾ ਇਹਨਾਂ ਦੇ ਥੱਲੇ ਆ। ਇਹ ਕਾਪੀ ਨਹੀਂ ਕੀਤਾ ਜੀ, ਹਾਂਜੀ, ਇਹ ਇਹਨਾਂ ਨੇ ਆਪ ਹੀ ਸਕੀਮ ਲੜਾਈ ਹੈ।
ਹੁਣ ਭਾਈ ਅਮਜਦ ਨਾਲ ਗੱਲ ਕਰਦੇ ਉਹਨਾਂ ਨੂੰ ਪੁੱਛਦੇ ਆ ਸਭ ਤੋਂ ਪਹਿਲਾਂ ਇਹੀ ਗੱਲ ਕਿ ਤੁਸੀਂ ਕਾਪੀ ਕੀਤਾ। ਅਸਲਾਮ ਵਾਲੇਕਮ ਭਾਈ ਅਮਜਦ, ਇੱਕ ਵਾਰੀ ਫੇਰ। ਅਸਲਾਮ ਜੀ। ਅੱਛਾ ਅਮਜਦ ਭਾਈ, ਹੁਣ ਸਾਨੂੰ ਆ ਸਿਸਟਮ ਦੇ ਬਾਰੇ ਸਾਰਾ ਦੱਸੋ ਕਿ ਕਿੰਨੀਆਂ ਪਲੇਟਾਂ ਲੱਗੀਆਂ ਹੋਈਆਂ? ਸਰ ਜੀ ਇਹ ਹੈਗੀਆਂ 44 ਪਲੇਟਾਂ ਨੇ। 44 ਪਲੇਟਾਂ? ਕਿੰਨੇ ਵਾਟ ਦੀ ਹੈ ਪਲੇਟ? ਇਹ 585 ਵਾਟ ਦੀ 30 ਦੀ ਮੋਟਰ ਲੱਗੀ ਹੋਈ। ਅੱਛਾ ਹਾਂਜੀ। ਅੱਛਾ, ਇਹ 45 ਪਲੇਟਾਂ ਲਾਉਣਾ ਜ਼ਰੂਰੀ ਸੀ ਜੀ? 44 ਪਲੇਟਾਂ ਜ਼ਰੂਰੀ ਨੇ ਜੀ। ਲੋਡ ਜ਼ਿਆਦਾ ਹੁੰਦਾ, ਬੰਦ ਪੈਪ 'ਚ ਪਾਣੀ ਜਾਣਾ ਹੁੰਦਾ, 30 ਦੀ ਮੋਟਰ ਲੱਗੀ ਹੋਈ। ਅੱਛਾ, ਤੇ ਫਿਰ ਪਾਵਰ ਦੇ ਹਿਸਾਬ ਨਾਲ ਹੀ ਪਲੇਟਾਂ ਲੱਗਦੀਆਂ ਹੁੰਦੀਆਂ, ਜਿੰਨੇ ਐਂਪੀਅਰ ਮੋਟਰ ਲੈਂਦੀ ਉਹਦੇ ਹਿਸਾਬ ਨਾਲ। ਇਹ ਕਿੰਨੀ ਮੋਟਰ ਕਿਹੜੀ ਹੈ? 8000 ਮੋਟਰ ਹੈਗੀ 30 ਦੀ। ਅੱਛਾ, ਤੇ ਪਾਣੀ ਕਿੰਨੀ ਦੂਰ ਜਾ ਰਿਹਾ ਇੱਥੋਂ? ਟੈਕੋ ਦੀ ਤਕਰੀਬਨ ਜਾ ਰਿਹਾ 6 ਮਰਬੇ ਅੱਗੇ ਜਾ ਰਿਹਾ ਲੱਭਦਾ। ਅੱਛਾ, ਜਿਹੜਾ ਕੋਈ ਭਾਈ ਲੰਘਦਾ ਜਾਂ ਅਸੀਂ ਵੇਖ ਕੇ ਇਸ ਚੀਜ਼ ਨੂੰ ਹੈਰਾਨ ਹੋਏ ਆ, ਜਿਹੜਾ ਤੁਸੀਂ ਪੈਪ ਇੰਨਾ ਉੱਚਾ ਲਾਇਆ, ਇਹਦਾ ਕੀ ਮਕਸਦ ਹੈ? ਸਰ ਜੀ ਇਹ ਪੈਪ ਲੈਵਲ ਦੇ ਹਿਸਾਬ ਨਾਲ ਲਾਇਆ। 10 ਫੁੱਟ ਤੀਕਰ ਸਾਡਾ ਉਧਰੋਂ ਰਕਬਾ ਉੱਚਾ ਹੈ, 10 ਫੁੱਟ ਅਸੀਂ ਪੈਪ ਹੋਰ ਉੱਚਾ ਕਰਕੇ ਤੇ ਪਾਣੀ ਆਉਣ। ਅੱਛਾ, ਅਗਰ ਇਹ ਨਹੀਂ ਸੀ ਕਰਦੇ ਤੇ ਕੀ ਨੁਕਸਾਨ ਸੀ? ਨਹੀਂ ਸੀ ਕਰਦੇ ਤੇ ਅੱਗੇ ਪਾਣੀ ਨੀਚੇ ਜਾਂਦਾ। ਪਾਣੀ ਅੱਗੇ ਨਹੀਂ ਜਾਂਦਾ, ਪਾਣੀ ਅੱਛਾ, ਲੈਵਲ ਦੇ ਅੱਛਾ ਹਿਸਾਬ ਜੀ। ਨਾਲ ਹੀ ਜਾਂਦਾ। ਯਾਨੀ ਕਿ ਲੈਵਲ ਕੱਢਿਆ ਫਿਰ ਇਹ ਸਾਰਾ ਸਿਸਟਮ ਕੀਤਾ ਤੁਸੀਂ ਜੀ? ਹਾਂਜੀ, ਟਿਊਬਵੈਲ ਦਾ ਪਾਣੀ ਲੈਵਲ ਨਾਲ ਜਾਂਦਾ, ਅਗਰ ਟਰਪੈਨ ਹੋਵੇ ਤੇ ਉਹ ਧੱਕੇ ਨਾਲ ਕੱਲਦੇ ਨੇ। ਅੱਛਾ ਅੱਛਾ, ਠੀਕ ਇਹ ਹੋ ਗਿਆ। ਅਸੀਂ ਉਹ 6 ਵਾਲਿਆਂ ਦਾ ਵੇਖਿਆ ਸੀ ਲੱਗਿਆ ਹੋਇਆ, 6 ਮਰਾਜ ਚ ਇੱਕ। ਅੱਛਾ, ਉਹਨਾਂ ਦੇ ਟਰਪੈਨ ਲੱਗੀ ਹੋਈ ਹੈ ਹਾਂਜੀ। ਤੇ ਅਸੀਂ ਤੇ ਟਿਊਬਵੈਲ ਹੀ ਲਾਇਆ, ਟਰਪੈਨ ਨਹੀਂ ਲਾਈ। ਸਾਡੇ ਇੱਥੇ ਟਰਪੈਨ ਦਾ ਬੋਰ ਡੂੰਘਾ ਨਹੀਂ ਹੁੰਦਾ, ਡੂੰਘਾ ਪਾਣੀ ਨਹੀਂ ਹੈਗਾ, ਅੱਛਾ ਚੌੜਾ ਹੈ। ਸਾਡਾ ਨਹਿਰ ਦਾ ਸਿਰਫ ਟਿਪਜ ਵਾਲਾ ਪਾਣੀ। ਅੱਛਾ ਭਾਈ, ਵੇਖਣ ਤੇ ਸੁਣਨ ਵਾਲਿਆਂ ਭਾਈਆਂ ਨੂੰ ਇਹ ਦੱਸੋ ਵੀ ਇਹ ਟੋਟਲ ਪਲੇਟਾਂ ਔਰ ਸਟੈਂਡ ਮੋਟਰ ਇਹ ਸਾਰਾ ਪ੍ਰੋਜੈਕਟ ਜਿਹੜਾ ਮੁਕੰਮਲ ਸਿਸਟਮ ਕਿੰਨਾ ਪੈਸਾ ਲਾਇਆ ਤੁਸੀਂ? ਸਰ ਜੀ ਤਕਰੀਬਨ ਟਰਾਂਸਫਾਰਮਰ, ਗ੍ਰੀਨ ਮੀਟਰ। ਅੱਛਾ, ਗ੍ਰੀਨ ਮੀਟਰ ਵੀ ਲਾਇਆ ਜੇ ਔਰ ਟਰਾਂਸਫਾਰਮ ਬਿਜਲੀ ਤੇ ਵੀ ਚੱਲਦਾ ਹੈ? ਹਾਂਜੀ, ਬਿਜਲੀ ਤੇ ਵੀ ਚੱਲਦਾ ਹੈ। ਸਾਰਾ ਸਿਸਟਮ ਤਕਰੀਬਨ 1.5 ਕਰੋੜ ਰੁਪਇਆ ਲੱਗ ਗਿਆ। ਪੈਪ ਪੂਪ ਸਾਰਾ ਕੁਝ ਪਾ ਕੇ। ਇਹ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਲਾਏ ਨੂੰ? ਸਾਨੂੰ ਲਾਏ ਨੂੰ ਤਕਰੀਬਨ 2 ਸਾਲ ਹੋ ਗਏ ਜੀ। ਇਹ ਪੈਸੇ ਪੂਰੇ ਹੋਏ ਅਜੇ ਕਿ ਨਹੀਂ? ਸ਼ੁਕਰ ਹੈ ਅੱਲਾਹ ਦਾ, ਨੇ ਕਿਹਾ ਜੀ ਪੈਸੇ ਤੇ ਪਾਣੀ ਇੱਕ ਵਾਰੀ ਵੜ ਗਿਆ, ਬਰੱਬੇ ਪਹੁੰਚ ਗਿਆ ਤੇ ਪੈਸੇ ਪੂਰੇ ਹੋ ਜਾਂਦੇ ਨੇ। ਅੱਛਾ ਅੱਛਾ, ਠੀਕ ਹੋ ਗਿਆ। ਅੱਛਾ, ਪਾਣੀ ਸੇਲ ਵੀ ਕਰਦੇ ਹੋ ਜਾਂ ਸਿਰਫ ਆਪਣੇ ਰਕਬੇ ਵਾਸਤੇ ਆ? ਸਰ ਜੀ ਜ਼ਰੂਰਤ ਦੇ ਹਿਸਾਬ ਨਾਲ ਦੇ ਵੀ ਦੇਈਦਾ। ਅੱਛਾ, ਯਾਨੀ ਕਿ ਲਾਗੇ ਪਾਸੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੀ ਮਦਦ ਕਰ ਦਿੰਦੇ ਹੋ? ਇੱਕ ਮੋਗੇ ਨੂੰ ਪਾਣੀ ਪੈਂਦਾ, ਜਿਹਨੂੰ ਜ਼ਰੂਰਤ ਹੋਵੇ ਉਹਨੂੰ ਦੇ ਦੇਈਦਾ। ਸਹੀ ਹੋ ਜ਼ਰੂਰਤ ਦੇ ਹਿਸਾਬ ਨਾਲ ਦੇ ਦੇ। ਅੱਛਾ ਭਾਈ, ਦੱਸੋਗੇ ਕਿੰਨੇ ਰੁਪਏ ਘੰਟਾ ਇੱਧਰ ਚੱਲ ਰਿਹਾ ਆਪਣੇ? ਸਰ ਜੀ ਸੋਲਰ ਦਾ 1500 ਘੰਟਾ ਦੇ ਰਹੇ। ਅੱਛਾ, ਤੇ ਦੂਸਰਾ ਆਮ ਕਿੰਨਾ? ਆਮ ਵੀ ਤਕਰੀਬਨ ਡੀਜ਼ਲ ਵਾਲਾ ਯਾਨੀ ਕਿ ਪੀਟਰ ਤੇ ਜਿਹੜਾ ਚੱਲਦਾ ਟੂਬਲ? ਪੀਟਰ ਤੇ ਚੱਲਦਾ ਹੀ ਨਹੀਂਗਾ। ਆਮ ਸਾਡੇ ਉਧਰਲੇ ਟਿਊਬਲ ਚੱਲਦੇ ਨੇ, ਉਹ 1000 ਰੁਪਏ ਘੰਟਾ ਨੇ। ਇਹਦਾ ਕਿਉਂ ਜ਼ਿਆਦਾ ਹੈ? ਇਹਦਾ ਪਾਣੀ ਉਹਨਾਂ ਨਾਲ ਡਬਲ ਹੈ। ਅੱਛਾ ਅੱਛਾ, ਜੋ ਮਾਸ਼ਾਅੱਲਾ 2 ਜੀ। ਟਿਊਬਲ ਚਲਾਈਏ ਤੇ ਇੱਕ ਚਲਾਈਏ ਪਾਣੀ ਬਰਾਬਰ ਹੁੰਦਾ, ਮੋਗੇ ਜਿੰਨਾ ਪਾਣੀ। ਅੱਛਾ ਭਾਈ, ਸਾਨੂੰ ਇਹ ਵੀ ਦੱਸੋ, ਉਹ ਜਿਹੜਾ ਲਾਟੂ ਲਾਇਆ ਹੋਇਆ ਤੁਸੀਂ, ਉਹਦਾ ਕੀ ਫਾਇਦਾ? ਸਰ ਜੀ ਇਹ ਲਾਇਆ ਅਰਥ। ਇਹ ਵੇਖੋ ਜੀ, ਇਹ ਭਾਈ ਉਹਨਾਂ ਨੇ ਇੱਕ ਲਾਟੂ ਤੁਹਾਨੂੰ ਨਜ਼ਰ ਆ ਰਿਹਾ, ਇਹਦੇ ਬਾਰੇ ਪੁੱਛਦੇ ਆ। ਵਾਸਤੇ ਅਰਥ ਲਾਇਆ ਜੀ। ਹਾਂਜੀ ਭਾਈ, ਹੁਣ ਦੱਸਿਓ। ਇਹ ਅਸਮਾਨੀ ਬਿਜਲੀ ਵਾਸਤੇ ਅਰਥ ਲਾਉਂਦੇ ਜੀ ਪਲੇਟਾਂ ਵਾਲੇ। ਅੱਛਾ, ਹਾਂਜੀ, ਅਰਥ ਵੀ ਅਸਮਾਨੀ ਬਿਜਲੀ ਇਹਦੇ ਉੱਤੇ ਗਿਰੇ ਅਰਥ ਵਾਸਤੇ। ਇਹ ਤੱਕ ਨੁਕਸਾਨ ਨਹੀਂ ਹੁੰਦਾ। ਪਲੇਟਾਂ ਨਹੀਂ ਹੁੰਦਾ ਨੁਕਸਾਨ? ਹਾਂਜੀ, ਫਰੇਮ ਨੂੰ, ਪਲੇਟਾਂ ਨੂੰ ਕਿਤੇ ਨੁਕਸਾਨ ਨਹੀਂ ਹੁੰਦਾ। ਵਾਹ ਜੀ ਵਾਹ। ਇਹ ਜਿਹੜਾ ਲਾਟੂ, ਇਹਦਾ ਕੀ ਨਾਮ ਹੈ? ਇਹ ਸਾਰਾ ਹੁੰਦਾ ਇਹਦਾ ਕਾਪਰ ਦਾ ਹੀ। ਅੱਛਾ, ਇਹਦਾ ਨਾਮ ਕੀ ਜੇ? ਇਹਦਾ ਨਾਮ ਅਰਥ ਵਾਲਾ ਹੀ ਦੱਸਦੇ ਨੇ ਇਹਨੂੰ। ਅਸਮਾਨੀ ਬਿਜਲੀ ਕੰਟਰੋਲ ਕਰਨ ਵਾਲਾ ਪੁਰਜਾ ਹੋਏਗਾ? ਹਾਂਜੀ। ਅੱਛਾ ਅੱਛਾ, ਠੀਕ। ਇਹ ਕੱਲਾ ਪੁਰਜਾ ਕਿੰਨੇ ਕੁ ਦਾ ਜੇ? ਇਹ ਤਕਰੀਬਨ ਪੁਰਦਾ ਆਇਆ ਸੀ 10-12 ਹਜ਼ਾਰ ਦਾ। 10-12 ਹਜ਼ਾਰ ਦਾ, ਠੀਕ ਹੋ ਗਿਆ ਭਾਈ। ਇਸ ਤੋਂ ਇਲਾਵਾ ਸਾਰਾ ਸਾਨੂੰ ਕਾਪਰ ਦਾ ਹੀ ਹੈ। ਅੱਛਾ ਅੱਛਾ, ਸਹੀ ਹੋ ਗਿਆ ਜੀ। ਅਗਰ ਕੋਈ ਭਾਈ ਇਹ ਸਿਸਟਮ ਸਾਰਾ ਬਣਾਉਣਾ ਚਾਹੇ ਤਾਂ ਤੁਹਾਡੇ ਨਾਲ ਰਾਬਤਾ ਕਰੇ ਜਾਂ ਇਹਨਾਂ ਨਾਲ ਡਾਇਰੈਕਟ ਰਾਬਤਾ ਕਰ ਸਕਦਾ ਹੈ? ਸਰ ਜੀ ਇਹ ਡਾਇਰੈਕਟ ਰਾਬਤਾ ਕਰ ਸਕਦੇ, ਮਿਲ ਰੋਡ ਤੋਂ ਤਿਆਰ ਕਰਦੇ ਨੇ ਫਰੇਮ। ਕਿਹੜਾ ਮਿਲ ਰੋਡ ਜੀ? ਆ ਜਿਹੜਾ ਚਿਸ਼ਤੀਆਂ ਮਿਲ ਰੋਡ। ਅੱਛਾ ਅੱਛਾ, ਇਹ ਉਹਨਾਂ ਦਾ ਹੀ ਐਡਰੈਸ ਹੈ? ਹਾਂਜੀ, ਉਹਨਾਂ ਦਾ ਐਡਰੈਸ ਹੈ। 3 ਸਟਾਰ ਜ਼ਰਈ ਇੰਡਸਟਰੀ, ਮਿਲਜ਼ ਰੋਡ, ਚਿਸ਼ਤੀਆਂ। ਅੱਗੇ ਫੋਨ ਨੰਬਰ ਹੈ। ਇਹ ਭਾਈ ਇਹਨਾਂ ਦਾ ਫੋਨ ਨੰਬਰ ਲਿਖਿਆ ਹੋਇਆ ਹੈ। ਅਗਰ ਕੋਈ ਬਣਵਾਉਣਾ ਚਾਹੇ ਤੇ ਇਹਨਾਂ ਨਾਲ ਰਾਬਤਾ ਕਰਕੇ ਬਣਵਾ ਸਕਦਾ। ਇਹ ਸਟੈਂਡ ਹੈ ਜੀ, ਸਟੈਂਡ ਹੈ। ਤੇ ਪਲੇਟਾਂ ਲੈਦਾ ਨੇ। ਪਲੇਟਾਂ ਕਿੱਥੋਂ ਮੰਗਵਾਈਆਂ ਜੇ? ਮੈਂ ਲਾਹੌਰੋਂ ਮੰਗਵਾਈਆਂ। ਅੱਛਾ ਅੱਛਾ, ਠੀਕ ਹੈ। ਲਾਹੌਰੋਂ ਸਸਤੀਆਂ ਪੈਂਦੀਆਂ ਜਾਂ ਇੱਧਰ ਆਪਣੇ ਇਲਾਕੇ 'ਚ? ਆਉਂਦੀਆਂ ਤੇ ਬਾਹਰੋਂ ਹੀ ਨੇ, ਲੇਕਿਨ ਉਹਨਾਂ ਨੇ ਬੁਕਿੰਗ ਮੈਂ ਲਾਹੌਰੋਂ ਕਰਵਾਈ ਸੀ। ਉਹਨਾਂ ਨੇ ਸਾਨੂੰ ਆਰਫ ਵਾਲੇ ਕੰਟੇਨਰ 'ਚ ਕਢਾ ਦਿੱਤੀਆਂ। ਇਹ ਕਿਹੜੀ ਕੰਪਨੀ ਦੀਆਂ ਜੇ, ਪਤਾ ਜੇ? ਇਹ ਹੈਗੀਆਂ ਨੇ ਐਸਟਰੋ એનર્ਜੀ। ਅੱਛਾ ਅੱਛਾ, ਸਹੀ ਹੋ ਗਿਆ ਜੀ। ਸਾਰੀਆਂ ਜ਼ਬਰਦਸਤ ਚੱਲ ਰਹੀਆਂ, ਕੋਈ ਖਰਾਬ ਤੇ ਨਹੀਂ ਉਦੋਂ ਦੀ ਹੋਈ ਜੀ? ਨਹੀਂ, ਮਾਸ਼ਾਅੱਲਾ ਸੋਹਣਾ
ਪੂਰਾ ਵਰਕਆਊਟ ਚੱਲ ਰਿਹਾ। ਵਾਹ ਜੀ, ਅੱਛਾ ਭਾਈ ਇਹ ਕਲੋਜ਼ ਵੀ ਹੋ ਜਾਂਦਾ ਸਿਸਟਮ ਸਾਰਾ ਹਾਂਜੀ, ਸਟੈਂਡ? ਸਾਰਾ ਕਲੋਜ਼ ਹੋ ਕੇ ਅੱਛਾ। ਫੋਲਡ ਹੋ ਜਾਂਦਾ। ਟਰਾਲੀ ਨਾਲ ਤਕਰੀਬਨ ਫੋਲਡਿੰਗ ਵਾਲਾ ਹੈ system ਅੱਛਾ ਅੱਛਾ, ਕੋਈ ਮੁਸ਼ਕਲ ਨਹੀਂ ਕਿਤੇ ਦੂਸਰੀ ਜਗ੍ਹਾ ਲੈ ਕੇ ਜਾਣਾ ਹੋਵੇ ਤੇ? ਕੋਈ ਮੁਸ਼ਕਲ ਨਹੀਂ, ਇੱਥੇ ਆਹ ਕੁੰਡਾ ਲਾ ਕੇ ਰੱਖਿਆ। ਹਾਂਜੀ ਅੱਗੇ ਉਧਰ ਸਾਡਾ ਝੋਨਾ ਸੀ ਬੀਜਿਆ, ਅਸੀਂ ਉਧਰ ਖੜਦੇ ਰਹੇ। ਹਾਂਜੀ, ਹੁਣ ਉਧਰੋਂ ਜ਼ਮੀਨ ਠੇਕੇ ਛੱਡਤੀ, ਹੁਣ ਇੱਥੇ ਹੀ ਹੁੰਦਾ ਪੱਕਾ ਪੱਕਾ। ਵਾਹ ਜੀ ਵਾਹ, ਛੋਟਾ ਟਰੈਕਟਰ ਵੀ ਖੜ ਸਕਦਾ ਇਹਨੂੰ? ਹਾਂਜੀ, ਛੋਟਾ ਵੀ ਵੱਡਾ ਵੀ, ਕੋਈ ਟੈਨਸ਼ਨ ਨਹੀਂ। ਭਾਜੀ ਆ ਕੇ ਫਿਰ ਤੁਸੀਂ ਲੈ ਜਾਣਾ। ਭਾਈ ਸਾਨੂੰ ਜ਼ਰੂਰਤ ਨਹੀਂ ਹੈਗੀ। ਅੱਛਾ ਅੱਛਾ, ਸਾਡੇ ਇਹ ਕਦੀ ਲੈ ਕੇ ਗਏ ਹੋ ਕਿਸੇ ਦੂਸਰੀ ਜਗ੍ਹਾ ਇੱਥੋਂ ਜਾਂ ਨਹੀਂ? ਨਹੀਂ, ਅਸੀਂ ਉਧਰ ਖੜਦੇ ਰਹੇ ਹਾਂ। ਅੱਛਾ ਅੱਛਾ, ਬਾਕੀ ਅਮਜਦ ਭਾਈ ਸਾਨੂੰ ਹੁਣ ਬਾਕੀ ਸਿਸਟਮ ਵਿਖਾਓ ਜਿੱਥੇ ਪਲੇਟਾਂ ਦਾ ਕਰੰਟ ਆਉਂਦਾ ਹੈ। ਇਹ ਸਾਹਮਣੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੈਮਰਾ ਲੱਗਾ ਹੋਇਆ, ਪਰ ਇਹ ਲਾਈਟ ਹੈ। ਇਹ ਲੋ ਜੀ, ਇਹ ਉਹ ਕੋਠਰੀ ਹੈ ਜਿੱਥੇ ਸਾਰਾ ਪਹਿਲੇ ਪਲੇਟਾਂ ਦਾ ਕਰੰਟ ਆਉਂਦਾ। ਹੁਣ ਭਾਈ ਕੋ ਪੁੱਛਦੇ ਆ। ਆ ਗਰੋਵਾਰਡ ਦਾ ਇਨਵੇਟਰ ਲਾਇਆ। ਅੱਛਾ ਹਾਂਜੀ, ਤੇ ਇਹ ਪੈਨਲ ਲਾਏ ਨੇ, ਇਹ VFD, ਇਹ ਥੱਲੇ ਬਿਜਲੀ ਵਾਲਾ ਸਿਸਟਮ। ਮਾਸ਼ਾਅੱਲਾ ਜੀ ਭਾਈ ਉਹਨਾਂ ਨੇ ਬੜਾ ਸੋਹਣਾ ਸਿਸਟਮ ਲਾਇਆ ਹੋਇਆ। ਇੱਥੇ ਖਤਰੇ ਵਾਲੀ ਵੀ ਕੋਈ ਨਹੀਂ ਮਸਲਾ ਤਾਂ ਨਹੀਂ, ਅਣਜਾਣ ਬੰਦਾ ਵੀ ਚਲਾ ਸਕਦਾ ਜੀ? ਹਾਂਜੀ, ਚਲਾ ਸਕਦਾ। ਠੀਕ, ਇਹਦਾ ਵੀ ਸਾਨੂੰ ਦੱਸੋ ਵੀ ਇਹ ਕੀ ਚੱਲ ਰਿਹਾ ਪੁਆਇੰਟ ਜਿਹੜੇ? VFD ਪੁਆਇੰਟ ਜਿਵੇਂ ਹੀ ਸੂਰਜ ਵਧੇ ਘਟੇਗਾ ਉਵੇਂ ਹੀ ਚੱਕਰ ਵਧਣ ਘਟਣਗੇ। ਅੱਛਾ, ਇਹ ਕਿੰਨੇ ਪੁਆਇੰਟ ਤੇ ਜਿਹੜੀ ਆਪਣੀ ਮੋਟਰ ਚੱਲ 50 ਤੱਕ ਜਾਂਦੀ ਹੈ ਜੀ। ਨਹੀਂ, ਸਟਾਰਟ ਕਿੱਥੋਂ ਹੁੰਦੀ ਹੈ? ਤੇ ਸਟਾਰਟ ਤੇ ਹੋ ਜਾਂਦੀ ਹੈ 25-30 ਤੋਂ। 25-30 ਤੋਂ ਚਲਾਏਗਾ ਜੀ? ਤੇ ਸਟਾਰਟ, ਹਾਂ ਸਟਾਰਟਿੰਗ 1 ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਜਿਵੇਂ ਜਿਵੇਂ ਸੂਰਜ ਤਿਆਰ ਨਿਕਲਦਾ ਹੈ ਨਾ, 7 ਵਜੇ ਚਾਲੂ ਹੋ ਜਾਂਦੀ। ਲੇਕਿਨ ਪਾਣੀ ਜ਼ਿਆਦਾ ਚੱਕਰ, ਪੂਰੇ ਚੱਕਰ ਹੋਵੇ ਤੇ ਟਿੱਕੀ ਉੱਠਦੀ ਹੈ ਨਾ। ਇਹ ਤਕਰੀਬਨ 8 ਵਜੇ ਪਾਣੀ ਕੱਢਣਾ ਸ਼ੁਰੂ ਕਰ ਦਿੰਦਾ। 7:30 ਤੋਂ ਸ਼ੁਰੂ ਹੋ ਜਾਂਦਾ। ਜਿਵੇਂ ਗਰਮੀ ਹੋਵੇ ਤੇ ਉਹ ਪਹਿਲੇ ਸ਼ੁਰੂ ਹੋ ਜਾਂਦਾ। ਹਾਂਜੀ, ਸਰਦੀ ਹੋਵੇ ਤੇ 8 ਵਜੇ ਸਹੀ ਪਾਣੀ ਕੱਢਦਾ। ਠੀਕ ਹੋ ਗਿਆ ਭਾਈ। ਲਓ ਜੀ, ਹੁਣ ਗ੍ਰੀਨ ਮੀਟਰ ਵੀ ਵੇਖਦੇ ਆ ਤਾਂ ਕਿ ਤੁਹਾਨੂੰ ਪੂਰੇ ਸਿਸਟਮ ਦਾ ਪਤਾ ਲੱਗ ਜਾਏ। ਜ਼ਿਮੀਂਦਾਰਾਂ ਭਾਈਆਂ ਵਾਸਤੇ ਬਹੁਤ ਅਹਿਮ ਵੀਡੀਓ ਹੈ। ਕਿਸੇ ਮੇਰੇ ਭਾਈ ਨੇ ਇਹ ਸਾਰਾ ਸਿਸਟਮ ਲਾਉਣਾ ਹੋਵੇ ਤੇ ਭਾਜੀ ਤੁਸੀਂ ਆ ਵਿੱਚ ਖਰਚਾ ਇਹ ਵੀ ਪਾਇਆ, ਜਿਹੜਾ ਪੈਪ ਉੱਥੇ ਖੜੇ ਨੇ ਏਡੀ ਦੂਰ? ਇਹਨਾਂ ਤੋਂ ਇਲਾਵਾ ਦੱਸੋ ਨਾ ਖਰਚਾ ਕਿੰਨਾ ਆਇਆ ਪੈਪਾਂ ਤੋਂ ਇਲਾਵਾ? ਸਾਰਾ ਕੁਝ ਵਿੱਚ ਹੀ ਖਰਚਾ। ਪਰ ਅਮਜਦ ਭਾਈ ਸਾਨੂੰ ਸਿਰਫ ਪਲੇਟਾਂ ਦਾ ਤੇ ਬਾਕੀ ਜਿਹੜਾ ਸਿਸਟਮ ਇਹਨਾਂ ਦਾ ਖਰਚਾ ਦੱਸੋ। ਉਦੋਂ ਹੈਗੀਆਂ ਸੀ 52 ਰੁਪਏ ਵਾਰਡ, ਹੁਣ ਹੈਗੀਆਂ ਨੇ ਤਕਰੀਬਨ 17 ਰੁਪਏ ਵਾਰਡ। ਉਹਨਾਂ ਤੋਂ ਅੱਧਾ ਫਰਕ ਹੈ, ਸਸਤੀਆਂ ਨੇ। ਅੱਛਾ, ਜਾਨੀ ਇਹ ਕਿੰਨਾ ਖਰਚਾ ਤੁਹਾਡਾ ਆਇਆ ਸਿਰਫ ਜਿਹੜਾ ਪੈਪ ਲੈ ਕੇ ਗਏ ਏਡੀ ਦੂਰ? 6 ਮਰਬੇ ਤੇ? ਹਾਂਜੀ, 6 ਮਰਬੇ ਦੇ ਤਕਰੀਬਨ 35 ਲੱਖ ਦੇ ਪੈਪ 35 ਲੱਖ ਦੇ ਪੈਪ। ਖੁਦਾਈ ਕਰਾਈ, ਕਰੇਨਾ ਪਿਛਲੀ ਕਰਾਈ, ਸ਼ਲੋਸ਼ਨ ਵਗੈਰਾ ਕਾਫੀ ਖਰਚੇ। 50 ਲੱਖ ਹੋ ਗਿਆ ਹੋਣਾ ਇਹ? ਹਾਂਜੀ, 50 ਲੱਖ ਆ ਵਿੱਚੋਂ ਨਫੀ ਕਰ ਲੈਣਾ ਜੀ ਤੁਸੀਂ। ਇਹ ਟਰਾਂਸਫਾਰਮ ਤੇ ਇਹ ਟਰਾਂਸਫਾਰਮ ਹੈ ਜੀ। ਗ੍ਰੀਨ ਮੀਟਰ ਦਾ ਖਰਚਾ ਹੈਗਾ ਤਕਰੀਬਨ। ਇਹ ਭਾਈ ਉਹਨਾਂ ਨੇ ਮੀਟਰ ਲੱਗੇ ਹੋਏ ਨੇ, ਗ੍ਰੀਨ ਮੀਟਰ ਲਾਇਆ ਹੋਇਆ ਜੀ। 2 ਲੱਗੇ ਹੋਏ ਨੇ। ਉਹ ਇੱਕ ਅੱਛਾ। ਖਰਾਬ ਵੀ ਹੋਵੇ ਤੇ ਦੂਸਰਾ ਵਰਕਆਊਟ ਕਰਦਾ। ਵਾਹ ਜੀ ਵਾਹ, ਇਹ ਭੂੰਡ ਵੀ ਬੈਠਾ ਹੋਇਆ ਹੈ। ਸਿਕਿਉਰਿਟੀ ਗਾਰਡ ਰੱਖਿਆ ਜੀ? ਇਹ ਬਸ ਇਹ ਅੱਲਾ ਦੀ ਮਖਲੂਕ ਹੈ ਜੀ। ਇਹ ਵੀ ਇੱਕ ਦੀ ਬਜਾਏ 2 ਬੈਠੇ ਹੋਏ ਨੇ। ਲਓ ਜੀ, ਇੱਥੇ ਟੱਕਰ ਲੱਗੀ ਹੋਈ ਹੈ ਪੂਰੀ। ਵਾਹ ਜੀ ਵਾਹ ਭਾਈ, ਉਹਨਾਂ ਨੇ ਐਡਵਾਂਸ ਕੰਮ ਕੀਤਾ ਹੋਇਆ। ਇੱਕ ਦੀ ਬਜਾਏ 2 ਗ੍ਰੀਨ ਮੀਟਰ ਲਾਏ ਆ। ਇਹ 2 ਕੀ ਰਾਇਤ ਹੋਈ ਸੀ ਜਾਂ ਖਰਚਾ ਖਰਚਾ ਬਰਾਬਰ ਹੀ ਹੋਇਆ ਹੈ? ਬਰਾਬਰ ਹੀ, ਉਹਨਾਂ ਹੀ ਖਰਚਾ। ਹੁਣ ਬਲਕਿ ਜ਼ਿਆਦਾ ਹੋ ਰਿਹਾ। ਉਦੋਂ 1,20,000 ਦਾ ਗ੍ਰੀਨ ਮੀਟਰ ਮਿਲਦੇ ਸਨ, ਹੁਣ 1.5 ਲੱਖ ਚ ਲੱਗਦਾ। ਸਹੀ। ਹੁਣ ਵੈਸੇ ਜਿੱਥੇ ਟੈਕਨੋਲੋਜੀ ਹੋਈ ਹੈ, ਸਿਮ ਵਾਲਾ ਆ ਰਿਹਾ 1 ਹੀ ਲੱਖ ਦਾ। ਹਾਂਜੀ ਭਾਈ, ਇਹਦੇ ਫਾਇਦੇ ਕੀ ਹੈ ਗ੍ਰੀਨ ਮੀਟਰ ਲਵਾਇਆ ਤੁਸੀਂ? ਗ੍ਰੀਨ ਮੀਟਰ ਦੇ ਫਾਇਦੇ ਇਹ ਨੇ ਵੀ ਜਦੋਂ ਸਾਡਾ ਜ਼ਰੂਰਤ ਨਹੀਂ ਹੁੰਦੀ, ਬੰਦ ਮੋਟਰ ਤੇ ਬੈਕ ਬਿਜਲੀ ਜਾਂਦੀ ਹੈ। ਅੱਛਾ। ਉਹ ਮੁੜ ਕੇ ਸਾਡੇ ਜਦੋਂ ਅਸੀਂ ਯੂਨਿਟ ਸਾੜੀ ਉਹਦੇ ਵਿੱਚ ਨਫੀ ਹੋ ਜਾਂਦੀ ਹੈ, ਉਹ ਬਿੱਲ ਫਿਰ ਘੱਟ ਪੈਂਦਾ। ਨਹੀਂ ਮਸਲ ਤੁਸੀਂ ਜ਼ਰੂਰਤ ਹੋਵੇ ਨਾ ਰਾਤ ਨੂੰ ਫਿਰ। ਅੱਛਾ, ਰਾਤ ਨੂੰ ਤੁਹਾਡਾ ਇਹਦਾ ਫਾਇਦਾ ਹੈ? ਹਾਂਜੀ। ਇਹ ਗਵਰਨਮੈਂਟ ਪੈਸੇ ਵੀ ਦਿੰਦੀ ਅਗਰ ਐਕਸਟਰਾ ਹੋ ਜਾਏ ਤੁਹਾਡੇ ਕੋਈ ਯੂਨਿਟ ਉਧਰ ਤੇ? ਸਰ ਜੀ ਪਹਿਲੇ ਦਿੰਦੀ ਸੀ ਸ਼ੁਰੂ ਚ, ਹੁਣ ਨਹੀਂ ਦਿੰਦੀ। ਹੁਣ ਤੇ ਬਸ ਤੁਸੀਂ ਯੂਨਿਟ ਹੀ ਬਾਲ ਸਕਦੇ ਜੀ। ਅੱਛਾ ਅੱਛਾ, ਅਗਰ ਨਾ ਬਾਲੋ ਤੇ? ਨਾ ਬਾਲੋ ਤੇ ਉਹ ਤੁਹਾਡੇ ਹੀ ਨੇ, ਜਮਾ ਰਹਿਣਗੇ। ਕਿੰਨੀ ਦੇਰ ਤੱਕ ਜਮਾ ਰਹਿੰਦੇ ਆ? ਉਹ ਜਮਾ ਹੀ ਰਹਿੰਦੇ ਪੂਰੀ ਜ਼ਿੰਦਗੀ ਤੱਕ। ਅੱਛਾ, ਜਦੋਂ ਮਰਜ਼ੀ ਇਸਤੇਮਾਲ ਕਰ ਸਕਦੇ ਹੋ? ਨਹੀਂ, ਮੈਂ ਸੁਣਿਆ ਇਹਨਾਂ ਦੀ ਕੋਈ ਲਿਮਟ ਹੁੰਦੀ ਹੈ 2 ਜਾਂ 3 ਮਹੀਨੇ ਦੇ ਵਿੱਚ? ਕੋਈ ਲਿਮਟ ਨਹੀਂ, ਜਿੰਨੀ ਦੇਰ ਤੁਹਾਡਾ ਵਰਕਆਊਟ ਚੱਲ ਰਿਹਾ, ਮੀਟਰ ਲੱਗਾ ਹੈ, ਉਨੀ ਦੇਰ ਇਸਤੇਮਾਲ ਕਰ। ਇਹ ਤੁਹਾਨੂੰ ਕੋਈ ਹੁਣ ਬਿੱਲ ਆਉਂਦਾ ਜਾਂ ਨਹੀਂ? ਸਰ ਜੀ ਬਿੱਲ ਤਕਰੀਬਨ ਹੁਣ ਜਿੰਨਾ ਸਾਡਾ ਚੱਲਦਾ ਇੱਥੇ ਜ਼ਿਆਦਾ ਬਿਜਲੀ ਚੱਲਦੀ। ਅੱਛਾ। ਨਾਲ ਦਿਨ ਰਾਤ ਵੀ ਚਲਾਣਾ, ਰਾਤ ਨੂੰ ਵੀ ਚਲਾਣਾ ਪੈਂਦਾ। ਹਾਂਜੀ। ਉਹ ਯੂਨਿਟ ਦੇ ਹਿਸਾਬ ਨਾਲ ਫਿਰ ਉੱਤੇ ਬਿੱਲ ਵੀ ਆਉਂਦਾ। ਜਦੋਂ ਦਿਨ ਰਾਤ ਚੱਲਦਾ ਉਦੋਂ ਮਹੀਨੇ ਦਾ 80-90 ਹਜ਼ਾਰ ਬਿੱਲ ਵੀ ਆਉਂਦਾ। ਵਾਹ ਜੀ ਵਾਹ, ਸਹੀ ਹੋ ਗਿਆ, ਠੀਕ ਹੋ ਗਿਆ। ਭਾਈ ਨੇ ਸਾਰੀ ਸਾਨੂੰ ਸਿਸਟਮ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੈ। ਚਲੋ ਭਾਈ ਹੁਣ ਉੱਥੇ ਇੱਕ ਵਾਰੀ ਚਾਹਨੇ ਆ। ਅਮਜਦ ਭਾਈ,
ਇਹਨਾਂ ਨੂੰ ਧੋਣਾ ਪੈਂਦਾ ਜਾਂ ਸਾਫ਼ ਵੀ ਕਰਨਾ ਪੈਂਦਾ, ਔਰ ਕਿੰਨੇ ਦਿਨਾਂ ਤੱਕ ਸਾਫ਼ ਕਰਨਾ ਚਾਹੀਦਾ? ਜੀ ਅਗਰ ਗਰਦੋ ਗੁਬਾਰ ਜ਼ਿਆਦਾ ਪਵੇ ਤੇ ਇੱਕ ਤੋਂ ਦੂਜੇ ਤੀਜੇ ਦਿਨ ਤੁਸੀਂ ਇਹਨੂੰ ਪਾਣੀ ਨਾਲ ਸ਼ਾਮ ਨੂੰ ਧੋਣੀ ਹੈ ਜਾਂ ਸਵੇਰ। ਇਹਦੀ ਕੀ ਵਜ੍ਹਾ ਵੀ ਦੱਸੋ। ਇਹਦੀ ਵਜ੍ਹਾ ਹੈ ਜੀ ਮੁੜ ਕੇ ਸੂਰਜ ਦੀ ਰੋਸ਼ਨਾਈ ਨਾਲ ਇਹਨਾਂ 'ਚ ਕਰੰਟ ਪੈਦਾ ਹੁੰਦਾ ਹੈ। ਅੱਛਾ। ਸ਼ਾਮ ਨੂੰ ਜਾਂ ਸਵੇਰ ਕਰੰਟ ਨਹੀਂ ਹੁੰਦਾ। ਯਾਨੀ ਨੁਕਸਾਨਦੇਹ ਹੈ ਬੰਦੇ ਵਾਸਤੇ। ਹਾਂਜੀ, ਬੰਦੇ ਵਾਸਤੇ ਨੁਕਸਾਨ। ਇਹ ਕਿਸ ਤਰ੍ਹਾਂ ਤੁਸੀਂ ਧੋਂਦੇ, ਉੱਪਰ ਚੜ ਕੇ ਜਾਂ ਕੋਈ ਸਪੈਸ਼ਲ ਚੀਜ਼ ਰੱਖੀ ਹੋਈ ਹੈ? ਜੀ ਉੱਪਰ ਚੜ ਕੇ ਆ ਫਰੇਮ ਤੇ ਬਾਹਰ ਲੋਹੇ ਦੇ ਫਰੇਮ ਤੇ ਪੈਰ ਰੱਖ ਕੇ ਤੇ ਬਸ ਕੱਪੜੇ ਅੱਛਾ, ਅੱਛਾ। ਪਾਣੀ ਮਾਰੀ ਦਾ ਪੈਪ ਨਾਲ ਤੇ ਹਾਂਜੀ। ਨਾਲ ਧੋਈਦਾ ਸਰਫ ਕੱਪੜੇ ਨਾਲ। ਸਹੀ। ਇਹ ਫਿਰ ਆ ਜਿਹੜੇ ਤਰੇਲ ਹਾਂ, ਹਾਂ। ਨਾਲ ਧੂੜ ਪਈ ਹੈ ਇਹ ਸਾਫ਼ ਹੋ ਇਹ ਜਾਂਦੀ। ਕਰੰਟ ਫਿਰ ਘੱਟ ਹੋ ਜਾਂਦਾ ਹੋਣਾ, ਜਿਵੇਂ ਮਿੱਟੀ ਹੁਣ ਹਾਂਜੀ, ਪਈ ਹੈ। ਇਹ ਲਹਿਰ ਬਣ ਜਾਂਦੀ ਹੈ, ਇਹਦੀ ਵਜ੍ਹਾ ਤੋਂ ਕਰੰਟ ਘੱਟ ਜਾਂਦਾ। ਅੱਛਾ ਭਾਈ, ਇਹਨਾਂ ਦੀਆਂ ਕੋਈ ਇhtiyati ਤਦਾਬੀਰ ਦੱਸੋ ਵੀ ਪਿਆਤ ਇਹ ਹੀ ਹੈ ਜੀ, ਇਹਨਾਂ ਦੀ ਸਫਾਈ ਰੱਖੋ। ਦੂਸਰਾ, ਇਹਨੂੰ ਗਰਦੋ ਗੁਬਾਰ ਤੋਂ ਬਚਾਓ। ਹਾਂ, ਹਾਂ। ਜਾਂ ਜਦੋਂ ਗੜੇ ਗੁੜੇ ਪੈਂਦੇ ਇਹਨਾਂ ਨੂੰ ਫੋਲਡ ਕਰੋ। ਅੱਛਾ ਅੱਛਾ, ਯਾਨੀ ਕਿ ਫੋਲਡ ਵੀ ਹੋ ਸਕਦਾ। ਮਾਸ਼ਾਅੱਲਾ ਦੀ। ਯਾਨੀ ਬਿਹਤਰੀ ਹੋ ਜਾਂਦੀ ਬੱਚੇ ਜਿਸ ਟਾਈਮ ਮੌਸਮ ਤੁਹਾਨੂੰ ਖਰਾਬ ਨਜ਼ਰ ਆਵੇ, ਹਨੇਰ ਵਾਲਾ ਜਾਂ ਖਰਾਬੀ ਵਾਲਾ, ਇਹਨੂੰ ਫੋਲਡ ਕਰ ਦਿਓ ਤੁਸੀਂ। ਫੋਲਡ ਕਰਕੇ ਆ ਜਿਹੜੇ ਸਟੈਂਡ ਦੇ ਮੁਕੰਮਲ ਨਾਟ ਦੱਸ ਦਿਓ। ਇਹ ਭਾਈ ਫੋਲਡ ਕੱਲਾ ਹੀ ਬੰਦਾ ਕਰ ਸਕਦਾ ਜਾਂ ਕਿ ਇਕੱਲਾ ਬੰਦਾ ਬਰਾਬਰ ਕਰਕੇ ਬੈਲੈਂਸ ਕਰਕੇ ਕਰ ਸਕਦਾ। ਵਾਹ ਜੀ ਵਾਹ, ਇਹ ਇhtiyati ਤਦਾਬੀਰ ਦੱਸੀ ਹੈ। ਅੱਛਾ। ਬਾਕੀ ਛੋਟੇ ਤੋਂ ਛੋਟਾ ਜ਼ਿਮੀਂਦਾਰ ਵੀ ਲਾ ਸਕਦਾ। ਛੋਟਾ 7 ਦੀ ਮੋਟਰ ਮੋਨੋਬਲਾਕ ਚੱਲਦਾ, ਉਹ ਚੱਲਦਾ 12 ਪਲੇਟਾਂ ਤੇ 7.5 ਦਾ। ਇੱਕ ਚੱਲਦਾ 10 ਦੀ ਮੋਟਰ ਚੱਲਦੀ, ਉਹ 16 ਪਲੇਟਾਂ ਦੇ ਵੀ ਚੱਲਦੀ ਹੈ। ਵਾਹ ਜੀ ਵਾਹ। ਛੋਟੇ ਤੋਂ ਛੋਟਾ ਜ਼ਿਮੀਂਦਾਰ ਵੱਡੇ ਤੋਂ ਵੱਡਾ ਉਸ ਤਰ੍ਹਾਂ ਚਲਾ ਸਕਦਾ। ਅੱਛਾ ਭਾਈ, ਜ਼ਿਮੀਂਦਾਰਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਔਰ ਇਹਦੇ ਫਾਇਦੇ ਕੀ ਨੇ, ਇਹ ਸਰ ਦੱਸੋ। ਜੀ, ਇਹਦੇ ਫਾਇਦੇ ਹੀ ਫਾਇਦੇ ਨੇ। ਇੱਕ ਦਫਾ ਪੈਸੇ ਲੱਗਦੇ ਆ, ਰੋਜ਼ ਗੇਲਣ ਚੁੱਕਣ ਤੋਂ ਜਾਨ ਛੁੱਟਦੀ ਹੈ। ਹਾਂ ਬਿਲਕੁਲ ਜੀ। ਗੇਲਣ ਚੁੱਕਣ ਤੋਂ ਜਾਨ ਛੁੱਟਦੀ ਹੈ। ਇੱਕ ਦਫਾ ਲੱਗਦੇ ਆ, ਲੇਕਿਨ ਔਖੇ ਹੋ ਕੇ ਲਾਉਣੇ ਮੈਂ ਅਕਸਰ ਪੈਂਦੇ ਆ। ਵੇਖਣਾ ਵੀ ਹੱਥ ਵੀ ਕਾਲੇ ਹੁੰਦੇ ਤੇ ਬੰਦੇ ਸਰ ਜੀ, ਹਾਲੋ ਬਿਹਾਲ ਹੋਏ ਹੁੰਦੇ ਜੀ, ਹਾਂਜੀ, ਜਿਨ੍ਹਾਂ ਨੇ। ਹਾਂਜੀ। ਉਹਨੇ ਕਿਹਾ ਜੀ ਸਾਨੂੰ ਪਤਾ ਲੱਗਦਾ ਵੀ ਅਸੀਂ ਡੀਜ਼ਲ ਲੈ ਕੇ ਗਏ ਆ, ਕੱਪੜਿਆਂ 'ਚ ਵੀ ਬੋ ਆਉਂਦੀ ਹੈ। ਅੱਛਾ। ਹਾਂਜੀ। ਬਾਕੀ ਇਹ ਤਕਰੀਬਨ ਲਾਉਣਾ ਚਾਹੀਦਾ, ਇਹਦਾ ਫਾਇਦਾ ਬਹੁਤ ਜ਼ਿਆਦਾ। ਇੱਕ ਦਫੇ ਪੈਸੇ ਤੇ ਲੱਗਦੇ ਨੇ, ਜ਼ਿਮੀਂਦਾਰ ਔਖੇ ਹੋ ਕੇ ਇਹਨੂੰ ਕੋਸ਼ਿਸ਼ ਕਰਨ, ਲਗਾਉਣ। ਅੱਛਾ ਭਾਈ, ਤੁਸੀਂ ਇਹ ਇਨਵੈਸਟਮੈਂਟ ਇੱਕ ਟਾਈਮ ਹੀ ਸਾਰੀ ਕਰ ਲਈ ਸੀ ਜਾਂ ਮੁਸ਼ਕਲ ਪੇਸ਼ ਆਈ ਸੀ ਉਸ ਸਰ ਵਕਤ? ਜੀ ਕੁਛ ਅਸੀਂ 2 ਪੀਰੀਅਡਾਂ 'ਚ ਤਕਰੀਬਨ ਕੀਤੀ ਹੈ। ਇੱਕ ਟਾਈਮ 'ਚ ਅਸੀਂ ਕੀਤਾ ਪੈਪ ਪੂਪ ਤੇ ਪਲੇਟਾਂ ਲਾਈਆਂ, ਦੂਸਰੇ ਟਾਈਮ 'ਚ ਅਸੀਂ ਟਰਾਂਸਫਾਰਮ ਤੇ ਗ੍ਰੀਨ ਮੀਟਰ ਲਾਇਆ। ਅੱਛਾ ਅੱਛਾ, ਇੱਕ ਮਾਸ਼ਾਅੱਲਾ। ਟਾਈਮ 'ਚ ਕੋਈ ਵੀ ਇੰਨਾ ਇਨਵੈਸਟਮੈਂਟ ਨਹੀਂ ਕਰ ਸਕਦਾ, ਕੋਈ ਜ਼ਿਮੀਂਦਾਰ ਵੀ ਆਸਤਾ ਆਸਤਾ ਕਰ ਸਕਦਾ। ਸਟੈਪ ਬਾਈ ਸਟੈਪ ਆਪਣਾ ਕੰਮ ਕਰ ਲੈਣ ਜਿਹੜੇ ਨਹੀਂ ਇੰਨੇ ਸਾਬੇ ਸੀਅਤ। ਬਿਲਕੁਲ ਜੀ। ਪਹਿਲਾਂ ਕਈਆਂ ਦੇ ਟਿਊਬਵੈਲ ਲੱਗੇ ਨੇ, ਉਹਦੇ ਤੇ ਲਗਾ ਸਕਦੇ ਨੇ। ਅਸੀਂ ਤੇ ਫਿਰ ਟਿਊਬਵੈਲ ਵੀ ਨਵਾਂ ਲਾਉਣਾ ਪਿਆ, ਸਾਨੂੰ ਇਧਰੋਂ ਜਗ੍ਹਾ ਲੈਣੀ ਪਈ ਹੈ। ਤਕਰੀਬਨ 1 ਅੱਛਾ। ਵੀਘਾ ਅਸੀਂ ਨਹਿਰ ਨਾਲ ਜਗ੍ਹਾ ਵੀ ਇਹ ਤੁਸੀਂ ਉੱਥੇ ਕਿਉਂ ਨਹੀਂ ਲਾਇਆ ਜਿੱਥੇ 6 ਮਰਬੇ ਜਿੱਥੇ ਸਰ ਜੀ, ਪਾਣੀ ਦਿਖਾਇਆ ਸੀ? ਉੱਥੇ ਵੀ ਲਾਇਆ ਸੀ, ਅਸੀਂ ਬੋਰ ਕਰਦੇ ਰਹੇ, ਲੇਕਿਨ 500 ਫੁੱਟ ਤਾਈਂ ਗਏ ਕੌੜਾ ਪਾਣੀ ਸੀ। ਇਹ ਕਿੰਨੇ ਫੁੱਟ ਤੇ ਲੱਗਾ ਹੋਇਆ ਹੁਣ? ਇਹ ਹੁਣ ਲੱਗਾ 150 ਫੁੱਟ ਤੇ। ਇਹ ਨਹਿਰ ਦੀ ਸੀਪਜ ਵਾਲਾ ਹੀ ਪਾਣੀ ਹੈ। ਠੀਕ ਹੋ ਗਿਆ ਭਾਈ ਅਮਜਦ, ਤੁਸੀਂ ਸਾਨੂੰ ਟਾਈਮ ਦਿੱਤਾ, ਬੜੀ ਮਿਹਰਬਾਨੀ। ਅਗਰ ਕੋਈ ਜ਼ਿਮੀਂਦਾਰਾਂ ਨੂੰ ਮਜ਼ੀਦ ਪੈਗਾਮ ਦੇਣਾ ਚਾਹੁੰਦੇ ਹੋ, ਇਹਦੇ ਪਾਣੀ ਦਾ ਕੋਈ ਫਸਲ ਨੂੰ ਨੁਕਸਾਨ? ਸਰ ਜੀ, ਅਸੀਂ ਚੈੱਕ ਕਰਾਇਆ, ਕੋਈ ਨੁਕਸਾਨਦੇਹ ਨਹੀਂ, ਨਾ ਕਲਰ ਕੱਢਦਾ, ਨਾ ਇਹ ਖਰਾਬੀ ਕਰਦਾ। ਮਾਸ਼ਾਅੱਲਾ ਅਸੀਂ 2 ਸਾਲ, ਤੀਸਰਾ ਸਾਲ ਜਾ ਰਿਹਾ, ਸੋਹਣੀ ਫਸਲ ਹੋ ਰਹੀ ਹੈ। ਹਾਂਜੀ। ਅੱਛਾ ਬੈਨੀਫਿਟ ਆ ਰਿਹਾ। ਸਾਡੀ ਉੱਥੇ ਵਾਹ ਜੀ ਵਾਹ, ਗੰਦਮ ਮਾਸ਼ਾਅੱਲਾ। ਤਕਰੀਬਨ 50 ਮਣ ਗੰਦਮ ਹੋਈ ਹੈ। ਵਾਹ। ਇਸ ਦਫਾ ਨਰਮਾ ਸਾਡਾ 22 ਤੋਂ 23 ਮਣ ਫੀ ਏਕੜ ਹੋਇਆ ਟਿੱਬੇ ਤੇ। ਠੀਕ ਹੋ ਗਿਆ ਜੀ, ਮਾਸ਼ਾਅੱਲਾ, ਬੜੀ ਮਿਹਰਬਾਨੀ ਭਾਈ ਅਮਜਦ। ਇਧਰ ਭਾਈ ਅਜਮਲ ਭਾਈ ਖੜੇ ਨੇ, ਇਹਨਾਂ ਨੂੰ ਵੀ ਪੁੱਛਦੇ ਆ ਕਿ ਤੁਹਾਡਾ ਵੀ ਜ਼ਹਿਨ ਭਾਈ ਬਣਦਾ। अस्सलाम वालेकुम ਭਾਈ। ਵਾਲੇਕੁਮ ਸਲਾਮ ਜੀ। ਹਾਂਜੀ ਭਾਈ, ਅਜਮਲ ਇਹ ਸਿਸਟਮ ਤੁਹਾਨੂੰ ਵੀ ਪਸੰਦ ਆਇਆ ਜਾਂ ਨਹੀਂ? ਨਹੀਂ ਮਾਸ਼ਾਅੱਲਾ ਪਸੰਦ ਆਇਆ, ਬੜਾ ਜ਼ਬਰਦਸਤ ਸਿਸਟਮ ਹੈ। ਹਾਂਜੀ। ਉਹਨਾਂ ਦੀ ਜ਼ਮੀਨ ਸੀ ਲਾਟ ਟਿੱਬਾ ਜਿਹਨੂੰ ਕਿਹਾ ਜਾਂਦਾ, ਉਹਦਾ ਪਾਣੀ ਨਹਿਰੀ ਨਹੀਂ ਸੀ ਹੈਗਾ। ਯਾਨੀ ਕਿ ਗੈਰ ਆਬਾਦ ਪਈ ਹੋਈ ਗੱਲਬਾਤ ਸੀ, ਸੀ, ਵਰਾਨ ਲਾਟ ਪਈ ਹੋਈ ਹੁੰਦੀ ਸੀ। ਇਹਨੂੰ ਲਾਟ ਕਹਿੰਦੇ ਟਿੱਬੇ ਨੂੰ। ਉਹਨੂੰ ਪੱਧਰੀ ਕਰਕੇ ਇਹਨਾਂ ਨੇ ਮੁੱਲ ਲਈ ਸੀ। ਹਾਂਜੀ। ਉਹਦਾ ਨਾ ਪਾਣੀ ਨਹੀਂ ਹੁੰਦਾ ਹਾਂਜੀ। ਤੇ ਨਹਿਰੀ ਪਾਣੀ ਨਹੀਂ ਸੀ ਹੈਗਾ, ਤੇ ਫਿਰ ਇਹਨਾਂ ਨੇ ਉਹਦੀ ਵਜ੍ਹਾ ਤੇ ਨਿਜ਼ਾਮ ਲਾਇਆ ਤੇ ਉਹਲਾ ਕੀਤਾ। ਇਹਨਾਂ ਨੇ ਕੋਸ਼ਿਸ਼ ਕੀਤੀ, ਥੋੜਾ ਔਖੇ ਤੇ ਜ਼ਰੂਰ ਹੋਏ ਆ। ਹਾਂਜੀ। ਬਹਰਹਾਲ ਮੁਸ਼ਕਲ ਤੇ ਬਹੁਤ ਜ਼ਿਆਦਾ ਆਈ ਸੀ, ਤੰਗ ਹੋਣਾ ਪਿਆ, ਪਰ ਹੁਣ ਭੁੱਲ ਗਿਆ ਸਾਰਾ ਕੁਝ। ਠੀਕ ਹੈ ਮਾਸ਼ਾਅੱਲਾ, ਉੱਥੇ ਹੁਣ ਫਸਲ ਵੀ ਹੋਣ ਲੱਗ ਪਈ ਹੈ, ਸਾਰਾ ਕੁਝ ਹੀ ਹੈ। ਜ਼ਿਮੀਂਦਾਰਾਂ ਵਾਸਤੇ ਕੀ ਪੈਗਾਮ ਹੈ ਜਿਹੜੇ ਸਾਬੇ ਸੀਅਤ ਤੇ ਸਿਸਟਮ ਲਾਉਣਾ ਚਾਹੀਦਾ ਜਾਂ ਨਹੀਂ? ਨੇ ਜਿਨ੍ਹਾਂ ਦੇ ਮੁਸ਼ਕਲਾਤ ਨੇ, ਜਿਨ੍ਹਾਂ ਦੇ ਐਵੇਂ ਪਾਣੀ ਨਹੀਂ ਹੈਗਾ, ਪਾਣੀ ਠੀਕ ਹੈ, ਹਾਂਜੀ। ਥੱਲੋਂ ਜ਼ਮੀਨ ਦਾ ਪਾਣੀ ਠੀਕ ਹੈ, ਤੇ ਫਿਰ ਉਹਨਾਂ ਨੂੰ ਲਾਉਣਾ ਚਾਹੀਦਾ। ਡੀਜ਼ਲ ਤੇ ਬਹੁਤ ਮਹਿੰਗਾ ਆ, ਉਹ ਤੇ ਕੰਮ ਬਹੁਤ ਔਖਾ ਹੋ ਜਾਂਦਾ ਜੀ। ਉਹ ਤੇ ਡੀਜ਼ਲ ਵਾਲੇ ਪੈਸੇ ਲੱਥਦੇ ਜਿੰਨੀ ਕੁ ਫਸਲ ਹੁੰਦੀ ਹੈ ਜੀ। ਹਾਂ ਬਿਲਕੁਲ ਜੀ। ਹਾਂਜੀ। ਠੀਕ ਹੋ ਗਿਆ ਜੀ। ਇਹ ਭਾਈ ਅਜਮਲ ਸੀ, ਇਹਨਾਂ ਨੇ ਵੀ ਆਪਣੀ ਰਾਏ ਦਿੱਤੀ। ਜ਼ਿਮੀਂਦਾਰਾਂ ਨੂੰ ਕਿਹਾ ਵੀ ਜਿਹੜੇ ਸਾਬੇ ਸੀਅਤ ਨੇ ਜਾਂ ਮੁਸ਼ਕਲਾਤ ਪਾਣੀ ਵੱਲੋਂ ਬਣਦੀਆਂ ਨੇ, ਉਹ ਜ਼ਰੂਰ ਇਹ ਸਿਸਟਮ ਲਾਉਣ। ਇੱਕ ਵਾਰੀ ਥੋੜੇ ਪੈਸਿਆਂ ਨਾਲ ਘੱਟ ਪਲੇਟਾਂ ਲਾ ਲੈਣ। ਠੀਕ ਹੈ ਜੀ, ਠੀਕ ਹੈ ਭਾਈ। ਪਾਣੀ ਤੋਂ ਬਗੈਰ ਜ਼ਮੀਨ ਬੰਜਰ ਤੇ ਜ਼ਿੰਦਗੀ ਬੇਰੌਣਕ ਹੋ ਜਾਂਦੀ ਹੈ। ਸਭ ਭਾਈਆਂ ਨੂੰ ਪਾਣੀ ਵਾਸਤੇ ਸੋਲਰ ਸਿਸਟਮ ਲਾਉਣਾ ਚਾਹੀਦਾ। ਇਹਦੇ ਵਾਸਤੇ ਨਾ ਤੇ ਡੀਜ਼ਲ ਦੀ ਜ਼ਰੂਰਤ ਹੈ ਔਰ ਨਾ ਬਿਜਲੀ ਦੀ ਫਿਕਰ।
ਮੈਂ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਣਾ। ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਲਾਜ਼ਮੀ ਕਰਿਓ, ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ। ਅੱਲਾ ਹਾਫਿਜ਼।